प्यारे बच्चों, ਅੱਜ ਅਸੀਂ ਇਸ ਵੀਡੀਓ ਰਾਹੀਂ ਪੰਜਾਬੀ ਦੂਜੀ ਭਾਸ਼ਾ ਜਮਾਤ ਪੰਜਵੀਂ ਦਾ ਪਾਠ 14 ਗੁਰੂ ਤੇਗ ਬਹਾਦਰ ਜੀ ਬਾਰੇ ਪੜ੍ਹਾਂਗੇ। ਗੁਰੂ ਤੇਗ ਬਹਾਦਰ ਜੀ ਨੂੰ ਪੂਰੀ ਦੁਨੀਆ ਦੇ ਵਿੱਚ ਹਿੰਦ ਦੀ ਚਾਦਰ ਵਜੋਂ ਵੀ ਜਾਣਿਆ ਜਾਂਦਾ ਹੈ। ਸੋ ਇਹ ਹੈ ਪੰਜਾਬੀ ਪੁਸਤਕ ਜਿਸ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤਾ ਹੈ। ਇਸ ਪੁਸਤਕ ਵਿੱਚ ਕੁੱਲ 20 ਪਾਠ ਹਨ। ਅੱਜ ਅਸੀਂ 14 ਪਾਠ ਗੁਰੂ ਤੇਗ ਬਹਾਦਰ ਜੀ ਬਾਰੇ ਪੜ੍ਹਾਂਗੇ। ਪਾਠ 14 ਗੁਰੂ ਤੇਗ ਬਹਾਦਰ ਜੀ। ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ 9ਵੇਂ ਗੁਰੂ ਸਨ। ਆਪ 6ਵੇਂ ਗੁਰੂ ਹਰਗੋਬਿੰਦ ਜੀ ਦੇ ਛੋਟੇ ਸਪੁੱਤਰ ਸਨ। ਆਪ ਦਾ ਜਨਮ ਮਾਤਾ ਨਾਨਕੀ ਜੀ ਦੀ ਕੁੱਖੋਂ 1 ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਨੇ 2 ਮਹਾਂਪੁਰਖਾਂ ਪਾਸੋਂ ਸਿੱਖਿਆ ਪ੍ਰਾਪਤ ਕੀਤੀ। ਬਾਬਾ ਬੁੱਢਾ ਜੀ ਨੇ ਆਪ ਨੂੰ ਘੋੜ ਸਵਾਰੀ ਅਤੇ ਸ਼ਸਤਰ ਵਿੱਦਿਆ ਵਿੱਚ ਨਿਪੁੰਨ ਕੀਤਾ। ਭਾਈ ਗੁਰਦਾਸ ਜੀ ਨੇ ਆਪ ਨੂੰ ਕਈ ਭਾਸ਼ਾਵਾਂ ਅਤੇ ਬਹੁਤ ਸਾਰੇ ਗ੍ਰੰਥਾਂ ਦੀ ਪੜ੍ਹਾਈ ਕਰਵਾਈ। ਆਪ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ। ਗੁਰੂ ਗੋਬਿੰਦ ਸਿੰਘ ਜੀ ਆਪ ਦੇ ਸਪੁੱਤਰ ਸਨ। ਬਾਅਦ ਵਿੱਚ ਉਹ 10ਵੇਂ ਗੁਰੂ ਬਣੇ। ਗੁਰੂ ਤੇਗ ਬਹਾਦਰ ਜੀ ਬੜੇ ਸ਼ਾਂਤ ਸੁਭਾਅ ਦੇ ਮਾਲਕ ਸਨ। ਕਹਿੰਦੇ ਹਨ ਆਪ ਦਾ ਪਹਿਲਾ ਨਾਂ ਤਿਆਗ ਮੱਲ ਸੀ। ਆਪ ਬਹਾਦਰ ਵੀ ਬਹੁਤ ਸਨ। ਮੁਗਲ ਫੌਜਾਂ ਨਾਲ ਯੁੱਧਾਂ ਵਿੱਚ ਆਪ ਨੇ ਆਪਣੀ ਤੇਗ ਦੇ ਖੂਬ ਜੋਹਰ ਦਿਖਾਏ। ਉਦੋਂ ਗੁਰੂ ਹਰਗੋਬਿੰਦ ਜੀ ਨੇ ਇਹਨਾਂ ਨੂੰ ਤੇਗ ਬਹਾਦਰ ਨਾਮ ਦਿੱਤਾ। ਜਦੋਂ ਗੁਰੂ ਹਰਗੋਬਿੰਦ ਜੀ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾਏ ਤਾਂ ਗੁਰੂ ਤੇਗ ਬਹਾਦਰ ਜੀ ਬਕਾਲੇ ਨਗਰ ਜਾ ਕੇ ਰਹਿਣ ਲੱਗੇ। ਇਹ ਸਥਾਨ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੈ। ਇੱਥੇ ਲਗਭਗ 20 ਸਾਲ ਇਕਾਂਤ ਵਿੱਚ ਰਹਿ ਕੇ ਆਪ ਨੇ ਭਗਤੀ ਕੀਤੀ। 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਨੂੰ ਗੁਰਗੱਦੀ ਮਿਲੀ। ਗੁਰੂ ਤੇਗ ਬਹਾਦਰ ਜੀ ਨੇ ਧਰਮ ਪ੍ਰਚਾਰ ਲਈ ਪੰਜਾਬ, ਜਿਸ ਵਿੱਚ ਹੋਣ ਵਾਲਾ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸ਼ਾਮਲ ਸਨ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਬੰਗਾਲ, ਅਸਾਮ, ਹੋਣ ਵਾਲਾ ਬੰਗਲਾਦੇਸ਼ ਆਦਿ ਥਾਵਾਂ ਦੀਆਂ ਯਾਤਰਾਵਾਂ ਕੀਤੀਆਂ। ਆਪ ਨੇ ਅਨੰਦਪੁਰ ਨਗਰ ਦੀ ਸਥਾਪਨਾ ਕੀਤੀ। ਗੁਰੂ ਜੀ ਨੇ ਵੱਖ-ਵੱਖ ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ। ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿੱਚ ਦਰਜ ਆਪ ਦੇ ਸ਼ਲੋਕ ਬੜੇ ਪ੍ਰਸਿੱਧ ਹਨ। ਚਿੱਤਰਕਲਾ ਅਤੇ ਸੰਗੀਤ ਕਲਾ ਵਿੱਚ ਵੀ ਆਪ ਦੀ ਡੂੰਘੀ ਦਿਲਚਸਪੀ ਸੀ। ਗੁਰੂ ਜੀ ਦੇ ਸਮੇਂ ਦੇਸ਼ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ। ਔਰੰਗਜ਼ੇਬ ਧਾਰਮਿਕ ਤੌਰ 'ਤੇ ਬੜਾ ਕੱਟੜ ਸੀ। ਉਹ ਜ਼ਬਰਦਸਤੀ ਲੋਕਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ। ਜੇ ਕੋਈ ਵਿਅਕਤੀ ਮੁਸਲਮਾਨ ਨਹੀਂ ਸੀ ਬਣਦਾ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। ਇਸੇ ਕਾਰਨ ਇੱਕ ਵਾਰ ਕਸ਼ਮੀਰ ਦੇ ਕੁਝ ਪੰਡਤ ਦੁਖੀ ਹੋ ਕੇ ਗੁਰੂ ਜੀ ਕੋਲ ਆਏ। ਉਹਨਾਂ ਨੇ ਗੁਰੂ ਜੀ ਨੂੰ ਆਪਣੀ ਦੁੱਖ ਭਰੀ ਕਹਾਣੀ ਸੁਣਾਈ। ਕਿਹਾ ਜਾਂਦਾ ਹੈ ਕਿ ਜਦੋਂ ਕਸ਼ਮੀਰੀ ਪੰਡਤਾਂ ਦੀ ਕਹਾਣੀ ਸੁਣ ਕੇ ਸਾਰੇ ਹੀ ਦੁੱਖ ਵਿੱਚ ਬੈਠੇ ਸਨ ਤਾਂ ਉਸੇ ਸਮੇਂ ਬਾਲ ਗੋਬਿੰਦ ਰਾਏ ਦਰਬਾਰ ਵਿੱਚ ਆਏ। ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਇਹ ਕਹਿੰਦੇ ਸੁਣਿਆ, ਇਸ ਵੇਲੇ ਕਿਸੇ ਮਹਾਂਪੁਰਖ ਦੀ ਕੁਰਬਾਨੀ ਦੀ ਲੋੜ ਹੈ। ਤਦ ਬਾਲ ਗੋਬਿੰਦ ਰਾਏ ਨੇ ਕਿਹਾ, ਆਪ ਤੋਂ ਵੱਡਾ ਮਹਾਂਪੁਰਖ ਕੌਣ ਹੋ ਸਕਦਾ ਹੈ।
ਗੁਰੂ ਤੇਗ ਬਹਾਦਰ ਜੀ ਇਹ ਦਲੇਰੀ ਭਰਿਆ ਉੱਤਰ ਸੁਣ ਕੇ ਬੜੇ ਪ੍ਰਸੰਨ ਹੋਏ। ਉਹਨਾਂ ਦਾ ਤਾਂ ਪਹਿਲਾਂ ਹੀ ਵਿਚਾਰ ਸੀ ਕਿ ਨਾ ਕਿਸੇ ਨੂੰ ਡਰਾਉਣਾ ਚਾਹੀਦਾ ਹੈ ਅਤੇ ਨਾ ਕਿਸੇ ਤੋਂ ਡਰਨਾ ਚਾਹੀਦਾ ਹੈ। ਉਹ ਕਿਸੇ ਤਰ੍ਹਾਂ ਦੀ ਵੀ ਜ਼ੋਰ ਜ਼ਬਰਦਸਤੀ ਦੇ ਵਿਰੁੱਧ ਸਨ। ਇਸ ਲਈ ਉਹਨਾਂ ਨੇ ਪੰਡਤਾਂ ਨੂੰ ਕਿਹਾ ਕਿ ਉਹ ਹਾਕਮਾਂ ਨੂੰ ਦੱਸ ਦੇਣ ਕਿ ਜੇ ਗੁਰੂ ਤੇਗ ਬਹਾਦਰ ਜੀ ਮੁਸਲਮਾਨ ਬਣ ਜਾਣ ਤਾਂ ਉਹ ਵੀ ਬਣ ਜਾਣਗੇ। ਇਸ ਪਿੱਛੋਂ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਦੇ ਕੇ ਦਿੱਲੀ ਲਈ ਚੱਲ ਪਏ। ਦਿੱਲੀ ਦੇ ਰਾਹ ਵਿੱਚ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਿੱਲੀ ਲਿਜਾ ਕੇ ਉਹਨਾਂ ਨੂੰ ਮੁਸਲਮਾਨ ਬਣਨ ਲਈ ਕਿਹਾ ਗਿਆ, ਪਰ ਗੁਰੂ ਜੀ ਨੇ ਹਾਕਮਾਂ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਉਹਨਾਂ ਨੂੰ 11 ਨਵੰਬਰ 1675 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਕਰ ਦਿੱਤਾ ਗਿਆ। ਚਾਂਦਨੀ ਚੌਂਕ ਵਿੱਚ ਇਸ ਸਥਾਨ 'ਤੇ ਹੁਣ ਸ਼ੀਸ਼ ਗੰਜ ਸਾਹਿਬ ਨਾਂ ਦਾ ਬੜਾ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਆਮ ਲੋਕ ਜ਼ੁਲਮ ਦੇ ਵਿਰੁੱਧ ਉੱਠਣੇ ਸ਼ੁਰੂ ਹੋ ਗਏ। ਗੁਰੂ ਤੇਗ ਬਹਾਦਰ ਜੀ ਦਾ ਇਹ ਪਵਿੱਤਰ ਸ਼ਬਦ ਸਾਰਿਆਂ ਨੂੰ ਮਹਾਨ ਸਿੱਖਿਆ ਦਿੰਦਾ ਹੈ। ਭੈ ਕਾਹੂ ਕਉ ਦੈਤ ਨਹਿ ਨਹਿ ਭੈ ਮਾਨਤ ਆਨ। ਇਹ ਸੀ ਸਾਡਾ ਗੁਰੂ ਤੇਗ ਬਹਾਦਰ ਜੀ ਬਾਰੇ ਜਾਣਕਾਰੀ ਭਰਪੂਰ ਲੇਖ। ਹੁਣ ਅਸੀਂ ਔਖੇ ਸ਼ਬਦਾਂ ਦੇ ਅਰਥ ਦੇਖਦੇ ਹਾਂ। ਪਹਿਲਾ ਸ਼ਬਦ ਹੈ ਨਿਪੁੰਨ। ਅਰਥ ਹਨ ਮਾਹਿਰ, ਕੰਮ ਵਿੱਚ ਹੁਸ਼ਿਆਰ। ਦੂਸਰਾ ਸ਼ਬਦ ਹੈ ਜੌਹਰ ਦਿਖਾਉਣੇ। ਅਰਥ ਹਨ ਹੱਥ ਵਿਖਾਉਣੇ, ਕਮਾਲ ਕਰਕੇ ਦਿਖਾਉਣਾ। ਅਗਲਾ ਸ਼ਬਦ ਹੈ ਇਕਾਂਤ। ਅਰਥ ਹਨ ਜਿੱਥੇ ਹੋਰ ਕੋਈ ਨਾ ਹੋਵੇ, ਨਿਵੇਕਲੇ। ਅਗਲਾ ਸ਼ਬਦ ਹੈ ਕੱਟੜ। ਅਰਥ ਹਨ ਹਠੀਆ, ਜਿੱਦੀ, ਬਹੁਤ ਪੱਕਾ। ਅਗਲਾ ਸ਼ਬਦ ਹੈ ਜ਼ਬਰਦਸਤੀ, ਜ਼ੋਰਾਵਰੀ, ਵਧੀਕੀ, ਬਦੋਬਦੀ। ਅਗਲਾ ਸ਼ਬਦ ਹੈ ਮੌਤ ਦੇ ਘਾਟ ਉਤਾਰ ਦੇਣਾ। ਅਰਥ ਹਨ ਜਾਨੋਂ ਮਾਰ ਦੇਣਾ, ਕਤਲ ਕਰਨਾ। ਹੁਣ ਅਸੀਂ ਪਾਠ ਅਭਿਆਸ ਵਿੱਚ ਪ੍ਰਸ਼ਨਾਂ ਦੇ ਉੱਤਰ ਕਰਾਂਗੇ। ਪਹਿਲਾ ਪ੍ਰਸ਼ਨ ਹੈ ਗੁਰੂ ਤੇਗ ਬਹਾਦਰ ਜੀ ਨੇ ਕਿਹੜੇ ਦੋ ਮਹਾਂਪੁਰਖਾਂ ਤੋਂ ਸਿੱਖਿਆ ਹਾਸਲ ਕੀਤੀ ਸੀ? ਉੱਤਰ ਹੈ ਗੁਰੂ ਤੇਗ ਬਹਾਦਰ ਜੀ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਤੋਂ ਸਿੱਖਿਆ ਹਾਸਲ ਕੀਤੀ। ਅਗਲਾ ਪ੍ਰਸ਼ਨ ਹੈ ਗੁਰੂ ਜੀ ਦਾ ਪਹਿਲਾ ਨਾਂ ਕੀ ਸੀ? ਉੱਤਰ ਹੈ ਗੁਰੂ ਜੀ ਦਾ ਪਹਿਲਾ ਨਾਂ ਤਿਆਗਮੱਲ ਸੀ। ਤੀਸਰਾ ਪ੍ਰਸ਼ਨ ਹੈ 6ਵੇਂ ਤੇ 8ਵੇਂ ਗੁਰੂ ਜੀ ਦਾ ਕੀ ਨਾਂ ਸੀ? ਉੱਤਰ ਹੈ 6ਵੇਂ ਗੁਰੂ ਜੀ ਦਾ ਨਾਂ ਸ੍ਰੀ ਗੁਰੂ ਹਰਗੋਬਿੰਦ ਜੀ ਅਤੇ 8ਵੇਂ ਗੁਰੂ ਜੀ ਦਾ ਨਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸੀ। ਚੌਥਾ ਪ੍ਰਸ਼ਨ ਹੈ ਕਸ਼ਮੀਰ ਦੇ ਪੰਡਤ ਕਿਹੜੀ ਗੱਲ ਤੋਂ ਦੁਖੀ ਸਨ? ਉੱਤਰ ਹੈ ਕਸ਼ਮੀਰ ਦੇ ਪੰਡਤ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਬਹੁਤ ਦੁਖੀ ਸਨ। ਪੰਜਵਾਂ ਪ੍ਰਸ਼ਨ ਹੈ ਦਿੱਲੀ ਵਿੱਚ ਸੀਸਗੰਜ ਗੁਰਦੁਆਰਾ ਕਿਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ? ਉੱਤਰ ਹੈ ਦਿੱਲੀ ਵਿੱਚ ਸੀਸਗੰਜ ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ। ਹੁਣ ਅਸੀਂ ਹੇਠ ਲਿਖੇ ਮੁਹਾਵਰਿਆਂ ਨੂੰ
ਵਾਕਾਂ ਵਿੱਚ ਵਰਤਾਂਗੇ। ਪਹਿਲਾ ਸ਼ਬਦ ਹੈ ਜੋਤੀ ਜੋਤ ਸਮਾਉਣਾ। ਇਸ ਦਾ ਅਸੀਂ ਵਾਕ ਬਣਾਵਾਂਗੇ, ਗੁਰੂ ਹਰਗੋਬਿੰਦ ਜੀ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾਏ। ਅਗਲਾ ਮੁਹਾਵਰਾ ਹੈ ਜੌਹਰ ਦਿਖਾਉਣਾ। ਅਸੀਂ ਵਾਕ ਬਣਾਵਾਂਗੇ, ਮੁਗਲ ਫੌਜ ਨਾਲ ਯੁੱਧ ਵਿੱਚ ਗੁਰੂ ਜੀ ਨੇ ਆਪਣੀ ਤੇਗ ਦੇ ਖੂਬ ਜੌਹਰ ਦਿਖਾਏ। ਤੀਸਰਾ ਮੁਹਾਵਰਾ ਹੈ ਮੌਤ ਦੇ ਘਾਟ ਉਤਾਰਨਾ। ਇਸ ਨੂੰ ਅਸੀਂ ਵਾਕ ਵਰਤਾਂਗੇ, ਔਰੰਗਜ਼ੇਬ ਨੇ ਕਈ ਬੇਗੁਨਾਹ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਸੀ ਸਾਡੇ ਮੁਹਾਵਰੇ। ਹੁਣ ਅਸੀਂ ਹੇਠਾਂ ਗੁਰਮੁਖੀ ਅਤੇ ਦੇਵਨਾਗਰੀ ਵਿੱਚ ਦਿੱਤੇ ਸ਼ਬਦ ਜੋੜਾਂ ਨੂੰ ਸਮਝੋ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰਾਂਗੇ। ਇਸ ਵਿੱਚ ਬੱਚਿਓ ਅਸੀਂ ਗੁਰਮੁਖੀ ਸ਼ਬਦ ਅਤੇ ਦੇਵਨਾਗਰੀ ਭਾਸ਼ਾ ਵਿੱਚ ਉਹਨਾਂ ਸ਼ਬਦਾਂ ਦਾ ਉਚਾਰਨ ਵੀ ਕਰਾਂਗੇ। ਪਹਿਲਾ ਸ਼ਬਦ ਹੈ ਅੰਮ੍ਰਿਤਸਰ। ਇਸ ਦਾ ਦੇਵਨਾਗਰੀ ਵਿੱਚ ਅਸੀਂ ਦੇਖਦੇ ਹਾਂ ਉਚਾਰਨ ਅੰਮ੍ਰਿਤਸਰ। ਦੂਸਰਾ ਸ਼ਬਦ ਹੈ ਸੁਪੁੱਤਰ। ਹਿੰਦੀ ਵਿੱਚ ਇਸ ਨੂੰ ਅਸੀਂ ਉਚਾਰਨ ਕਰਦੇ ਹਾਂ ਸਪੂਤ। ਇਸੇ ਤਰ੍ਹਾਂ ਅਗਲਾ ਸ਼ਬਦ ਹੈ ਗੁਰਮੁਖੀ ਵਿੱਚ ਸਥਾਨ। ਦੇਵਨਾਗਰੀ ਵਿੱਚ ਇਸ ਦਾ ਉਚਾਰਨ ਹੈ ਸਥਾਨ। ਅਗਲਾ ਸ਼ਬਦ ਹੈ ਮਹਾਂਪੁਰਖ। ਦੇਵਨਾਗਰੀ ਵਿੱਚ ਉਚਾਰਨ ਮਹਾਂਪੁਰਸ਼। ਅਗਲਾ ਸ਼ਬਦ ਹੈ ਸ਼ਸਤਰ। ਦੇਵਨਾਗਰੀ ਵਿੱਚ ਵੀ ਉਚਾਰਨ ਸ਼ਸਤਰ। ਅਗਲਾ ਸ਼ਬਦ ਹੈ ਭਾਸ਼ਾ। ਦੇਵਨਾਗਰੀ ਵਿੱਚ ਉਚਾਰਨ ਹੈ ਭਾਸ਼ਾ। ਅਗਲਾ ਸ਼ਬਦ ਹੈ ਤਿਆਗ। ਦੇਵਨਾਗਰੀ ਵਿੱਚ ਇਸ ਦਾ ਉਚਾਰਨ ਤਿਆਗ। ਅਗਲਾ ਸ਼ਬਦ ਹੈ ਹਰਿਆਣਾ। ਦੇਵਨਾਗਰੀ ਵਿੱਚ ਉਚਾਰਨ ਹਰਿਆਣਾ। ਅਗਲਾ ਸ਼ਬਦ ਹੋਇਆ। ਦੇਵਨਾਗਰੀ ਵਿੱਚ ਉਚਾਰਨ ਹੁਆ। ਅਗਲਾ ਸ਼ਬਦ ਵਿਆਹ। ਦੇਵਨਾਗਰੀ ਵਿੱਚ ਉਚਾਰਨ ਵਿਆਹ। ਅਗਲਾ ਸ਼ਬਦ ਨਿਪੁੰਨ। ਦੇਵਨਾਗਰੀ ਵਿੱਚ ਉਚਾਰਨ ਨਿਪੁੰਨ। ਅਗਲਾ ਸ਼ਬਦ ਸੁਭਾ। ਦੇਵਨਾਗਰੀ ਵਿੱਚ ਉਚਾਰਨ ਸਬਾਬ। ਅਗਲਾ ਸ਼ਬਦ ਭਗਤੀ। ਦੇਵਨਾਗਰੀ ਵਿੱਚ ਉਚਾਰਨ ਭਗਤੀ। ਅਗਲਾ ਸ਼ਬਦ ਹੈ ਸੁਥਾਨ ਔਰ ਦੇਵਨਾਗਰੀ ਵਿੱਚ ਇਸ ਦਾ ਉਚਾਰਨ ਸਥਾਨ। ਸੋ ਬੱਚੋ ਇਹ ਸੀ ਸਾਡੇ ਗੁਰਮੁਖੀ ਵਿੱਚ ਸ਼ਬਦਾਂ ਦਾ ਉਚਾਰਨ ਅਤੇ ਦੇਵਨਾਗਰੀ ਸ਼ਬਦਾਂ ਵਿੱਚ ਉਚਾਰਨ। ਹੁਣ ਅਸੀਂ ਅੱਗੇ ਚੱਲਦੇ ਹਾਂ। ਹੇਠ ਲਿਖੇ ਸ਼ਬਦਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਪੰਜਾਬੀ ਸ਼ਬਦਾਂ ਨੂੰ ਲਿਖੋ। ਪਹਿਲਾ ਸ਼ਬਦ ਹੈ ਕੁਰਬਾਨੀ ਔਰ ਇਸ ਨੂੰ ਹਿੰਦੀ ਵਿੱਚ ਬਲੀਦਾਨ। ਅਗਲਾ ਸ਼ਬਦ ਹੈ ਮੌਤ। ਹਿੰਦੀ ਵਿੱਚ ਉਚਾਰਨ ਮ੍ਰਿਤਿਯੂ। ਅਗਲਾ ਸ਼ਬਦ ਲੋੜ। ਹਿੰਦੀ ਵਿੱਚ ਉਚਾਰਨ ਆਵਸ਼ਕਤਾ। ਅਗਲਾ ਸ਼ਬਦ ਹੈ ਡਰ। ਹਿੰਦੀ ਵਿੱਚ ਉਚਾਰਨ ਬੈ। ਅਗਲਾ ਸ਼ਬਦ ਹੈ ਹਾਕਮ। ਹਿੰਦੀ ਵਿੱਚ ਉਚਾਰਨ ਸ਼ਾਸਕ। ਅਗਲਾ ਸ਼ਬਦ ਹੈ ਜ਼ੁਲਮ।
ਹਿੰਦੀ ਵਿੱਚ ਉਚਾਰਨ ਅਤਿਆਚਾਰ। ਸੋ ਇਹ ਸੀ ਸਾਡੇ ਗੁਰਮੁਖੀ ਵਿੱਚ, ਪੰਜਾਬੀ ਵਿੱਚ ਸ਼ਬਦ ਔਰ ਹਿੰਦੀ ਵਿੱਚ ਸ਼ਬਦਾਂ ਦਾ ਉਚਾਰਨ। ਧੰਨਵਾਦ।